ਭਰਾ ਇਹ ਰਾਗ ਦਾ ਨਾਮ ਹੈ। ਬਾਣੀ ਰਵਿਦਾਸ ਜੀਓ ਕੀ। ਭਗਤ ਰਵਿਦਾਸ ਜੀ ਦੀ ਬਾਣੀ ਸਤਿਗੁਰੂ ਅਰਜਨ ਦੇਵ ਸਾਹਿਬ ਜੀ ਭਾਈ ਗੁਰਦਾਸ ਸਾਹਿਬ ਜੀ ਦੇ ਪਾਸੋਂ ਭੈਰੋ ਰਾਗ ਦੇ ਅੰਦਰ ਲਿਖਵਾ ਰਹੇ ਹਨ। ਧਾਰ ਦੂਜਾ ਇਸ ਦਾ ਸੰਬੰਧ ਗਾਉਣ ਵਾਲਿਆਂ ਦੇ ਨਾਲ ਹੈ ਕਿ ਜਦ ਵੀ ਇਸ ਸ਼ਬਦ ਨੂੰ ਗਾਉਣਾ ਹੈ ਤਾਂ ਸਤਿਗੁਰੂ ਅਰਜਨ ਦੇਵ ਜੀ ਦਾ ਹੁਕਮ ਹੈ ਕਿ ਦੂਸਰੇ ਘਰ ਵਿੱਚ ਇਸ ਦਾ ਗਾਇਨ ਕਰਨਾ ਹੈ। ਇੱਕ ਅਦੁੱਤੀ ਬ੍ਰਹਮ ਓੰਕਾਰ ਜੋ ਸਰਬ ਦਾ ਪ੍ਰਕਾਸ਼ਕ ਹੈ। ਗੁਰ ਪ੍ਰਸਾਦ ਜੋ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਬਿਨ ਦੇਖੇ ਉਪਜੈ ਨਹੀਂ ਆਸਾ। ਇੱਕ ਪੰਡਤ ਨੇ ਭਗਤ ਰਵਿਦਾਸ ਜੀ ਨੂੰ ਕਿਹਾ ਕਿ ਹੇ ਰਵਿਦਾਸ ਜੀ, ਤੁਸੀਂ ਕਹਿੰਦੇ ਹੋ ਕਿ ਪ੍ਰਮਾਤਮਾ ਦੀ ਭਗਤੀ ਕਰਕੇ ਉਸ ਨਾਲ ਮਿਲਣਾ ਚਾਹੀਦਾ ਹੈ, ਪਰ ਜਦੋਂ ਉਹ ਕਿਸੇ ਨੂੰ ਦਿਸਦਾ ਹੀ ਨਹੀਂ ਤਾਂ ਫਿਰ ਕਿਸੇ ਦੀ ਉਸ ਨਾਲ ਮਿਲਣ ਦੀ ਇੱਛਾ ਕਿਵੇਂ ਹੋ ਸਕਦੀ ਹੈ। ਅਤੇ ਜੇ ਤੁਸੀਂ ਕਹੋ ਕਿ ਉਸ ਨੇ ਦਿਸਣ ਵਾਲੇ ਰਾਮ ਕ੍ਰਿਸ਼ਨ ਆਦਿਕ ਅਵਤਾਰ ਧਾਰਨ ਕੀਤੇ ਨੇ ਤਾਂ ਉਹ ਅਵਤਾਰਾਂ ਦੇ ਸਰੀਰ ਨਾਸ਼ਵੰਤ ਹਨ। ਇਸ ਕਰਕੇ ਮੇਰੇ ਅਨੁਸਾਰ ਪਰਮਾਤਮਾ ਨੂੰ ਮਿਲਣ ਦੀ ਇੱਛਾ ਨਹੀਂ ਹੋ ਸਕਦੀ। ਤਦ ਉੱਤਰ ਵਿੱਚ ਭਗਤ ਜੀ ਕਥਨ ਕਰਦੇ ਨੇ ਕਿ ਬਿਨ ਦੇਖੇ, ਹੁਣ ਜਿਸ ਬੰਦੇ ਨੂੰ ਆਪਾਂ ਦੇਖਿਆ ਹੀ ਨਹੀਂ ਤਾਂ ਫਿਰ ਉਹਦੇ ਬਾਰੇ ਆਪਾਂ ਆਪਣੇ ਵਿਚਾਰ ਕੀ ਪੇਸ਼ ਕਰ ਸਕਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਹੈ। ਪਹਿਲਾਂ ਆਪਾਂ ਕੋਈ ਬੰਦਾ ਦੇਖਦੇ ਹਾਂ, ਉਹਦੇ ਨਾਲ ਮਿਲਦੇ ਹਾਂ ਤਾਂ ਹੀ ਉਸ ਬਾਰੇ ਕਿ ਉਹਦੇ ਇਸ ਤਰ੍ਹਾਂ ਦੇ ਵਿਚਾਰ ਨੇ, ਉਹਦਾ ਸੁਭਾਅ ਕੈਸਾ ਹੈ, ਤਾਂ ਹੀ ਤਾਂ ਆਪਾਂ ਉਸ ਬਾਰੇ ਕੁਝ ਕਹਿ ਸਕਦੇ ਹਾਂ ਕਿ ਜਿੰਨੀ ਬਾਣੀ ਲਿਖੀ ਗਈ ਹੈ ਇਹ ਬਿਨਾਂ ਵਾਹਿਗੁਰੂ ਜੀ ਦੇ ਦੇਖੇ ਤੋਂ ਨਹੀਂ ਲਿਖੀ ਗਈ। ਗੁਰੂ ਸਾਹਿਬ ਜੀ ਦੇ ਦਰਸ਼ਨ ਹੋਏ ਨੇ ਵਾਹਿਗੁਰੂ ਜੀ ਦੇ, ਤਾਂ ਇਹ ਗੁਰਬਾਣੀ ਉਚਾਰਨ ਹੋਈ ਹੈ। ਜਬ ਦੇਖਾ ਤਬ ਗਾਵਾਂ, ਜਦੋਂ ਮੈਂ ਵਾਹਿਗੁਰੂ ਨੂੰ ਵੇਖਾਂਗਾ ਤਾਂ ਹੀ ਗਾਵਾਂਗਾ ਕਿ ਉਹ ਕਿਸ ਤਰ੍ਹਾਂ ਦਾ ਹੈ। ਜਦ ਦੇਖਿਆ ਹੀ ਨਹੀਂ ਤੇ ਗਾਵਾਂਗਾ ਕਿ ਪਹਿਲੋਂ ਪਾਇਆ ਬਾਬੇ ਬਖਸ਼ਦਾਰ ਪਿੱਛੋਂ ਦੇ ਕਰ ਕਾਲ ਕਮਾਈ। ਬਾਬਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਭ ਤੋਂ ਪਹਿਲਾਂ ਬਖਸ਼ਿਸ਼ ਦੇ ਦਰ ਵਿੱਚ ਗਿਆ, ਫਿਰ ਹੀ ਉਸਨੇ ਉਸ ਦਰ ਬਾਰੇ ਗਾਇਨ ਕੀਤਾ। ਸੋ ਦਰ ਕੇਹਾ ਸੋ ਘਰ ਕੇਹਾ ਜਿਤ ਬਹਿ ਸਰਬ ਸਮਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ ਕੀਤੇ ਤੇਰੇ ਵਾਮਨ ਹਰਿ। ਤੋ ਇੰਜ ਸਾਰੇ ਸੰਤਾਂ ਭਗਤਾਂ ਨੂੰ ਵਾਹਿਗੁਰੂ ਜੀ ਦੇ ਦਰਸ਼ਨ ਹੁੰਦੇ ਸਨ। हे ਪੰਡਤ ਜੀ, ਬਿਨ ਦੇਖੇ ਉਪਜੇ ਨਹੀਂ ਆਸਾ। ਤੁਹਾਡੀ ਗੱਲ ਕੁਝ ਕੁ ਠੀਕ ਹੈ ਕਿ ਕੁਝ ਵੇਖਣ ਤੋਂ ਬਿਨਾਂ ਉਸ ਪਦਾਰਥ ਦੀ ਇੱਛਾ ਪੈਦਾ ਨਹੀਂ ਹੁੰਦੀ। ਜਿਵੇਂ ਬ੍ਰਹਮ ਸਤ ਚਿਤ ਅਨੰਦ ਸਰੂਪ ਹੋਣ ਕਰਕੇ ਦਿਸਣ ਤੋਂ ਰਹਿਤ ਹੈ, ਪਰ ਫਿਰ ਵੀ ਸਾਰੇ ਲੋਕ ਨਾਸ਼ ਤੋਂ ਰਹਿਤ ਸਦੀਵੀ ਸੁਖ ਆਨੰਦ ਦੀ ਇੱਛਾ ਕਰਦੇ ਰਹਿੰਦੇ ਨੇ। ਭਾਵ ਬ੍ਰਹਮ ਆਪ ਤਾਂ ਦਿਸਣ ਤੋਂ ਰਹਿਤ ਹੈ, ਪਰ ਲੋਕ ਬੁੱਧੀ ਦੇ ਅੰਦਰ ਆਨੰਦ ਦੀ ਇੱਛਾ ਕਰਦੇ ਨੇ। ਇਸ ਕਰਕੇ ਪ੍ਰਮਾਤਮਾ ਦੇ ਮਿਲਣ ਦੀ ਆਸਾ ਹੋ ਸਕਦੀ ਹੈ। ਦੂਸਰਾ ਤੁਹਾਡਾ ਕਹਿਣਾ ਇਹ ਹੈ, ਅੱਗੇ ਦੱਸਦੇ ਹਨ, ਜੋ ਦਿਸੈ ਸੋ ਹੋਈ ਬਿਨਾਸਾ। ਜਿਹੜਾ ਕੁਝ ਵੀ ਇਹਨਾਂ ਸਤੂਰ ਅੱਖਾਂ ਨਾਲ ਦਿਸਦਾ ਹੈ ਉਹ ਨਾਸ਼ ਹੋ ਜਾਣ ਵਾਲਾ ਹੈ, ਪਰ ਜਦੋਂ ਬ੍ਰਹਮ ਇਹਨਾਂ ਨੇਤਰਾਂ ਦਾ ਵਿਸ਼ਾ ਹੀ ਨਹੀਂ ਫਿਰ ਉਹ ਨਾਸ਼ ਕਿਵੇਂ ਹੋਵੇਗਾ। ਫਿਰ ਬੁੱਧੀ ਦੇ ਅੰਦਰ ਹੀ ਉਹਦੇ ਸੁੱਖ ਨੂੰ ਮਹਿਸੂਸ ਕਰੀਦਾ। ਇਸ ਕਰਕੇ ਉਹ ਆਤਮਾ ਆਨੰਦ ਨਾਸ਼ਵੰਤ ਨਹੀਂ ਹੈ। ਇਹ ਸੁਣ ਕੇ ਪੰਡਤ ਸ਼ਰਮਿੰਦਾ ਹੋਇਆ,
ਫਿਰ ਉਸਨੇ ਪਰਮਾਤਮਾ ਦੀ ਪ੍ਰਾਪਤੀ ਬਾਬਤ ਪੁੱਛਿਆ ਤਾਂ ਇਹਨਾਂ ਹੀ ਤੁਕਾਂ ਦੁਆਰਾ ਕਥਨ ਕਰਦੇ ਹਨ। ਬਿਨ ਦੇਖੇ ਉਪਜੈ ਨਹੀਂ ਆਸਾ। ਜੋ ਸਵਰਗ ਆਦਿਕਾਂ ਦੇ ਦਿਵ ਭੋਗ ਦੇਖਣ ਤੋਂ ਬਿਨਾਂ ਨੇ ਭਾਵ ਦੇਖੇ ਨਹੀਂ ਜਾਂਦੇ, ਸ਼ਾਸਤਰਾਂ ਆਦਿਕਾਂ ਦੁਆਰਾ ਹੀ ਸੁਣੀਦੇ ਨੇ, ਉਹਨਾਂ ਦੀ ਇੱਛਾ ਪੈਦਾ ਨਹੀਂ ਹੋਣੀ ਚਾਹੀਦੀ। ਭਾਵ ਤਰਤੀਬਰ ਤਰਤਮ ਵੈਰਾਗ ਹੋਣਾ ਚਾਹੀਦਾ ਹੈ। ਜੋ ਦਿਸੈ ਸੋ ਹੋਇ ਬਿਨਾਸਾ। ਫਿਰ ਜੋ ਕੁਝ ਵੀ ਇਸ ਲੋਕ ਦੇ ਵਿੱਚ ਦਿਸ ਰਿਹਾ ਹੈ ਉਹ ਸਾਰੇ ਪਸਾਰੇ ਨੂੰ ਨਾਸ਼ ਹੋ ਜਾਣ ਵਾਲਾ ਸਮਝਣਾ ਕਰੇ। ਇਸ ਨਾਲ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਵਰਨ ਸਾਹਿਤ ਜੋ ਜਾਪੈ ਨਾਮ। ਚੌਹਾਂ ਵਰਨਾਂ ਵਿੱਚੋਂ ਕਿਸੇ ਵੀ ਵਰਨ ਦੇ ਸਹਿਤ ਹੋ ਕੇ ਵਾਹਿਗੁਰੂ ਜੀ ਦਾ ਜਿਹੜਾ ਨਾਮ ਜਪਦਾ ਹੈ, ਵਰਨ ਰੰਗ ਦਾ ਨਾਮ ਵੀ ਹੈ, ਸਰੂਪ ਦਾ ਨਾਮ ਵੀ ਹੈ, ਭਾਵ ਇਸ਼ਟ ਦੇ ਧਿਆਨ ਦੇ ਸਹਿਤ ਹੋ ਕੇ ਵਰਨ ਰੰਗ ਮਤਲਬ ਪ੍ਰੇਮ ਦੇ ਸਹਿਤ ਹੋ ਕੇ ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ, ਉਹ ਜੋਗੀ ਕੇਵਲ ਨਿਕਾਮ। ਕੇਵਲ ਫਕਤ ਸਿਰਫ ਉਹੀ ਕਾਮਨਾਵਾਂ ਤੋਂ ਰਹਿਤ ਹੋ ਕੇ ਪਰਮਾਤਮਾ ਦੇ ਵਿੱਚ ਜੁੜਿਆ ਹੋਇਆ ਜੋਗੀ ਕਹਿਲਾਉਂਦਾ ਹੈ। ਪਰਚੈ ਰਾਮ ਰਵੈ ਜੋ ਕੋਈ। ਜੇਕਰ ਕੋਈ ਮਨੁੱਖ ਗੁਰਾਂ ਦੇ ਸ਼ਬਦ ਪ੍ਰੇਮ ਰੂਪ ਪਰਚੇ ਦੇ ਵਿੱਚ ਪਰਚ ਕੇ ਪਰਮਾਤਮਾ ਦਾ ਨਾਮ ਰਵੈ ਉਚਾਰਨ ਕਰਦਾ ਹੈ। ਪਾਰਸ ਪਰਸੈ ਦੁਬਦਾ ਨਾ ਹੋਈ। ਉਹ ਪਾਰਸ਼ਵ ਗੁਰੂ ਜਾਂ ਪਰਮਾਤਮਾ ਦੇ ਨਾਲ ਸਪਰਸ਼ ਹੁੰਦਾ ਹੈ ਅਤੇ ਉਸ ਨੂੰ ਕਿਸੇ ਪ੍ਰਕਾਰ ਦੀ ਦਵੈਤ ਭ੍ਰਾਂਤੀ ਨਹੀਂ ਹੁੰਦੀ। ਉਹ ਗੁਰੂ ਰੂਪੀ ਪਾਰਸ ਨਾਲ ਛੋਹ ਕੇ ਬ੍ਰਹਮ ਰੂਪ ਸੋਨਾ ਬਣ ਜਾਂਦਾ ਹੈ। ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ। ਸੋ ਮੋਨ ਮਨ ਕੀ ਦੁਬਦਾ ਖਾਏ। ਇਹ ਭਾਈ ਅਸਲ ਮੁਨੀ ਉਹੀ ਹੁੰਦਾ ਹੈ ਜੋ ਆਪਣੇ ਮਨ ਦੀ ਦਵੈਤ ਭ੍ਰਾਂਤੀ ਨੂੰ ਖਾ ਜਾਂਦਾ, ਮਤਲਬ ਅਭਾਵ ਕਰ ਦਿੰਦਾ ਹੈ। ਬਿਨ ਦੁਆਰੇ ਤ੍ਰੈ ਲੋਕ ਸਮਾਏ। ਅਤੇ ਇੰਦਰੀਆਂ ਰੂਪ ਦਰਵਾਜ਼ਿਆਂ ਤੋਂ ਬਿਨਾਂ ਰਹਿਣ ਵਾਲੇ ਬ੍ਰਹਮ ਨੂੰ ਤਿੰਨਾਂ ਲੋਕਾਂ ਦੇ ਵਿੱਚ ਅਭੇਦ ਹੋਇਆ ਜਾਣਦਾ ਹੈ। ਜਾਂ ਜੋ ਤਿੰਨ ਜਾਗਰਤ ਸੁਪਨ ਅਤੇ ਸੁਖੋਪਤ ਸਾਖੀ ਬ੍ਰਹਮ ਚੇਤਨ ਹੈ, ਉਸ ਵਿੱਚ ਇੰਦਰੀਆਂ ਦੇ ਵਿਸ਼ਿਆਂ ਤੋਂ ਰਹਿਤ ਹੋ ਕੇ ਸਮਾਉਣਾ ਕਰੇ। ਮਨ ਕਾ ਸੁਭਾਵ ਸਭ ਕੋਈ ਕਰੈ। ਜਿਹੋ ਜਿਹਾ ਕਿਸੇ ਮਨ ਦਾ ਸੁਭਾਵ ਹੈ ਸਾਰੇ ਕੋਈ ਉਵੇਂ ਹੀ ਕਰਦੇ ਨੇ। ਭਾਵ ਮਨ ਦੇ ਸੁਭਾਅ ਅਨੁਸਾਰ ਆਪਣੇ ਇਸ਼ਟ ਦੀ ਉਪਾਸਨਾ ਕਰਦੇ ਨੇ। ਸੋ ਭਾਵ ਉਹ ਜੋ ਪ੍ਰਕਾਸ਼ ਰੂਪ ਬ੍ਰਹਮ ਹੈ ਉਹਦੇ ਕਰਕੇ ਹੀ ਸਭ ਕੋਈ ਅਨੁਭਵ ਕਰਦੇ ਹਨ। ਆਪਣੇ ਮਨ ਦਾ ਧਿਆਨ ਉਸ ਵਿੱਚ ਜੋੜਨਾ ਕਰੇ। ਕਰਤਾ ਹੋਇ ਸੋ ਅਨਭੈ ਰਹੈ। ਜਿਹੜਾ ਕੋਈ ਨਾਮ ਅਭਿਆਸ ਦੇ ਕਰਨ ਵਾਲਾ ਹੁੰਦਾ ਹੈ ਉਹ ਭੈ ਤੋਂ ਰਹਿਤ ਹੋ ਕੇ ਰਹਿੰਦਾ ਹੈ। ਫਲ ਕਾਰਨ ਫੂਲੀ ਬਾਨਰਾ। ਇਹ ਭਾਈ ਜਿਵੇਂ ਫਲ ਦੇਣ ਦੇ ਵਾਸਤੇ ਸਾਰੀ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਫੁੱਲਾਂ ਦੀ ਸਹਿਤ ਹੁੰਦੀ ਹੈ। ਫਲ ਲਾਗਾ ਤਬ ਫੂਲ ਬਿਲਾਇ। ਜਦ ਫਲ ਲੱਗ ਜਾਂਦਾ ਹੈ ਤਦੋਂ ਸਾਰੇ ਫੁੱਲ ਨਾਸ਼ ਹੋ ਜਾਂਦੇ ਹਨ। ਗਿਆਨੈ ਕਾਰਨ ਕਰਮ ਅਭਿਆਸ। ਇਸੇ ਪ੍ਰਕਾਰ ਗਿਆਨ ਦੀ ਪ੍ਰਾਪਤੀ ਦੇ ਵਾਸਤੇ ਨਿਸ਼ਕਾਮ ਕਰਮਾਂ ਦੁਆਰਾ ਨਾਮ ਦਾ ਅਭਿਆਸ ਕਰੀਦਾ ਹੈ। ਗਿਆਨ ਭਇਆ ਤਹ ਕਰਮ
कर्म है नाश। ਜਦੋਂ ਗਿਆਨ ਪ੍ਰਾਪਤ ਹੋ ਗਿਆ ਤਾਂ ਉਸ ਸਮੇਂ ਕਰਮ ਨਾਸ਼ ਹੋ ਜਾਂਦੇ ਨੇ। ਅਰਥਾਤ ਅੰਤःਕਰਨ ਰੂਪੀ ਧਰਤੀ, ਸ਼ਰਧਾ ਦਾ ਬੀਜ, ਧਰਮ ਰੂਪੀ ਅੰਕੁਰ, ਸਤ ਸੰਤੋਖ ਰੂਪ ਪੱਤੇ, ਕਰਨਾ ਮਦਤਾ ਮੈਤਰੀ ਉਪੇਖਿਆ ਰੂਪ ਟਹਿਣੀਆਂ ਅਤੇ ਉਪਾਸ਼ਨਾ ਰੂਪੀ ਫੁੱਲ ਲੱਗੇ ਹੋਏ ਹਨ। ਇਉਂ ਬ੍ਰਹਮ ਗਿਆਨ ਰੂਪੀ ਫਲ ਦੇ ਕਾਰਨ शुभ गुण रूपी वनस्पति प्रफुल्लित हो रही है। जिस समय ब्रह्म ज्ञान रूपी फल लग जाता है तदों जो पहला चित्त की चंचलता मिटन वास्ते उपासना ਅਤੇ ਪਾਪਾਂ ਦੀ ਨਿਵਰਤੀ ਲਈ ਨਿਸ਼ਕਾਮ ਕਰਮ ਕਰਨੇ ਸੀ, ਉਹ ਸਾਰੇ ਸ਼ੁਭ ਜਾਂਦੇ ਹਨ। ਜਿਵੇਂ ਅਸ਼ਟਾਵਕਰ ਨੇ ਰਾਜੇ ਜਨਕ ਨੂੰ ਗਿਆਨ ਦੇ ਸਹਿਤ ਰਹਿਣ ਲਈ ਹੀ ਕਿਹਾ। ਉਹਨੇ ਦੱਸਿਆ ਕਿ ਜੋ ਗਿਆਨ ਦੇ ਸਹਿਤ ਹੋ ਕੇ ਗਿਆਨ ਤੋਂ ਥੱਲੇ ਉਪਾਸਨਾ ਜਾਂ ਕਰਮ ਕਰਨੇ ਨੇ, ਇਹ ਯੋਗ ਅਰੂੜੀ ਪਤਿਤ ਮਨੁੱਖ ਦੇ ਲੱਛਣ ਹਨ। ਗਿਆਨ ਤੋਂ ਬਾਅਦ ਉਪਾਸਨਾ ਅਤੇ ਕਰਮ ਕਰਨ ਨਾਲ ਮਨੁੱਖ ਫਿਰ ਗਿਆਨ ਅਵਸਥਾ ਤੋਂ ਡਿੱਗ ਜਾਂਦਾ ਹੈ। ਪਰ ਗੁਰਮਤਿ ਦਾ ਅਸੂਲ ਇਹ ਹੈ ਕਿ ਪੂਰਨ ਬ੍ਰਹਮ ਗਿਆਨੀ ਹੋ ਕੇ ਵੀ ਦੁਨੀਆ ਦੇ ਭਲੇ ਵਾਸਤੇ ਕਰਮ ਅਭਿਆਸ ਕਰਦੇ ਰਹਿਣਾ। ਇਹਦਾ ਅਰਥ ਫਿਰ ਕੀ ਬਣਿਆ? ਮਤਲਬ ਜਿਹੜਾ ਬ੍ਰਹਮ ਗਿਆਨੀ ਹੈ, ਲੋਕ ਬਾਬਿਆਂ ਨੂੰ ਵਿਹਲਾ ਕਹਿੰਦੇ ਨੇ, ਇਹਨੇ ਬਦਨਾਮ ਆਵਾ। ਜੋ ਮੇਰੇ ਖਿਆਲਾਤ ਨੇ, ਸ਼ਾਇਦ ਤੁਸੀਂ ਆਪਣੇ ਸਹਿਮਤ ਹੋਵੋ ਜਾਂ ਨਾ ਹੋਵੋ, ਜਿਹੜੀ ਪੁਲਿਸ ਵਾਲੇ ਨੇ ਦਫ਼ਤਰਾਂ ਦੇ ਵਿੱਚ ਜਿਹੜੇ ਆਫੀਸਰ ਨੇ ਵੱਡੇ ਵੱਡੇ, ਕੀ ਕਰਦੇ ਨੇ ਦੱਸੋ? 8 ਘੰਟੇ ਦੀ ਡਿਊਟੀ ਵਿੱਚ 1 ਘੰਟਾ ਸਾਹਿਬ ਫਲਾਣੀ ਜਗ੍ਹਾ ਗਏ ਨੇ, ਸਾਹਿਬ ਆ ਰਹੇ ਨੇ, ਸਾਹਿਬ ਮੀਟਿੰਗ ਦੇ ਨੇ, ਸਾਹਿਬ ਦੀ ਛੁੱਟੀ ਹੈ, ਸਾਹਿਬ ਅੱਜ ਨਹੀਂ ਭਰਤੀ ਆਉਣਗੇ। ਹਫ਼ਤੇ 'ਚ 4 ਦਿਨ ਹੁੰਦੇ ਨੇ, 4 ਦਿਨਾਂ ਦੇ ਵਿੱਚੋਂ ਵੀ ਕਦੀ 3 ਤੋਂ 4 ਆ ਜਾਓ, ਕਦੀ ਸਵੇਰੇ 12 ਵਜੇ ਆ ਜਾਓ। ਕਹਿਣ ਦਾ ਮਤਲਬ ਵੀ ਉਹਨਾਂ ਸਿਗਨੇਚਰ ਹੀ ਕਰਨੇ ਹੁੰਦੇ ਨੇ, ਪਰ ਉਹਨਾਂ ਸਿਗਨੇਚਰਾਂ ਤੋਂ ਬਗੈਰ ਕੋਈ ਫੈਲ ਅੱਗੇ ਨਹੀਂ ਚੱਲ ਸਕਦੀ। ਹੈ ਤਾਂ ਉਹ ਵੀ ਵਿਹਲੇ, ਪਰ ਉਹਨਾਂ ਦਾ ਆਪਦਾ ਕੰਮ ਹੈ। ਆ ਜਿਹੜੇ ਟੀਚਰ ਨੇ, ਟੀਚਰ ਸੋ ਭਾਵੇਂ ਉਹ ਦਸਤਕਾਰੀ ਹੱਥੀਂ ਕੰਮ ਨਹੀਂ ਕਰਦੇ, ਤੁਰ ਨਹੀਂ ਪਿਆ ਪੈਂਟਾਂ ਰੋੜੇ ਢੋਈਏ ਜਾਂ ਰੇੜਾ ਘੋੜਾਈ ਜਾਂ ਟਰੈਕਟਰ ਟਰਾਲੀ ਤੇ ਉਹ ਭਾਰ ਢੋਣ ਦੀ ਜਾਂ ਕੋਈ ਲੋਹਾ ਕੁੱਟਣ ਦੀ ਸੇਵਾ ਕਰੀਏ, ਉਹ ਟੀਚਰ ਦੀ ਆਪਣੀ ਜੌਬ ਹੈ। ਉਹ ਪਹਿਲਾਂ ਜੋ ਕੁਝ ਪੜ੍ਹ ਕੇ ਆਉਂਦਾ ਹੈ, ਉਹ ਅੱਗੇ ਬੱਚਿਆਂ ਨੂੰ ਪੜ੍ਹਾਉਂਦਾ ਹੈ। ਉਹ ਆਪਣਾ ਕੰਮ ਹੈ। ਮਤਲਬ ਇਨਸਾਨ ਰੁੱਝਿਆ ਰਹਿਣਾ ਚਾਹੀਦਾ ਹੈ ਕਿਸੇ ਵੀ ਕੰਮ ਵਿੱਚ। ਸੋ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਇੱਕੋ ਹੀ ਕੰਮ ਦਿੱਤਾ ਹੈ, ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜਵਾਬ ਜਪੈ ਅਬਰੈ ਨਾਮ ਜਪਾਵੈ। ਇਹੀ ਗੁਰਸਿੱਖ ਦੀ ਜੌਬ ਹੈ। ਮਤਲਬ ਬਾਬੇ ਵਿਹਲੇ ਨੇ, ਜਿਹੜੇ ਬਾਬੇ ਆਪ ਨਾਮ ਜਪਦੇ ਨੇ, ਦੂਜਿਆਂ ਨੂੰ ਜਪਾਉਂਦੇ ਨੇ। ਸਮਝ ਲਓ ਸਰਬ ਧਰਮ ਮੇਂ श्रेष्ठ धर्म, हर को नाम जप निर्मल कर्म, सब तो उत्तम कर्मों कर रहे ने। अबर काज तेरे किते ना काम, मेरे साथ संगत भज ये बंदा। लोग संगत विच बैठना वेलियां दा काम समझदे, इसलिए ज्यादातर साडे बच्चे नौजवान इत्थे नहीं आके बैठते। आम लोगों का ख्याल है कि जिहड़े बजुर्ग ने बहुत ही ज्यादा ਉਹ ਸੰਗਤ ਵਿੱਚ ਜਾਂਦੇ ਹਨ। ਅਜੇ ਤਾਂ ਸਾਡੀ ਉਮਰ ਬਥੇਰੀ ਹੈ, ਮਤਲਬ ਅਸੀਂ ਤਾਂ ਅਜੇ ਕਈ 100 ਕੰਮ ਕਰਨੇ ਨੇ, ਪਰ ਐਸਾ ਕੁਝ ਨਹੀਂ ਹੈ। ਸਭ ਤੋਂ ਜ਼ਰੂਰੀ ਕੰਮ ਮਹਾਰਾਜ ਨੇ ਸਾਨੂੰ ਸੰਗਤ ਵਿੱਚ ਬੈਠ ਕੇ ਕਥਾ ਕੀਰਤਨ ਕਰਨ, ਸੁਣਨ ਦਾ, ਨਾਮ ਜਪਣ ਜਪਾਉਣ ਦਾ ਦਿੱਤਾ ਹੈ। ਸੋ ਜਿਹੜਾ ਬ੍ਰਹਮ ਗਿਆਨੀ ਹੈ, ਇਹ ਨਹੀਂ ਵੀ ਬ੍ਰਹਮ ਗਿਆਨ ਪਾ ਕੇ ਜੋ ਵਿਹਲਾ ਬੈਠ ਜਾਂਦਾ ਇੱਕ ਨੁੱਕਰ ਦੇ ਵਿੱਚ। ਜਿਵੇਂ ਜਿਹੜੇ ਸ਼ਹੀਦ ਸਿੰਘ ਹਨ, ਜਿਹੜਾ ਸਿਰ ਦੇ ਕੇ ਗੁਰੂ ਨੂੰ ਪ੍ਰਸੰਨ ਕੀਤਾ, ਉੱਪਰ ਵੀ ਜਾ ਕੇ ਬੈਠੇ ਰਹੋ। ਸੱਚਖੰਡ ਵਿੱਚ ਕੀ ਕਰਨਾ? ਚੌਂਕੜਾ ਮਾਰ ਕੇ ਕੀਰਤਨ ਹੀ ਸੁਣਨਾ ਹੈ। ਇਸ ਲਈ ਮਹਾਰਾਜ ਉਹਨਾਂ ਦੀ ਕੁਛ ਵਿਸ਼ੇਸ਼ ਸੇਵਾ ਲਾਉਂਦਾ ਹੈ।
ਸ਼ਹੀਦਾਂ ਸਿੰਘਾਂ ਦੀ ਜਾਂ ਕਿਸੇ ਖਾਸ ਗੁਰਸਿੱਖ ਦੀ ਕਿ ਤੁਸੀਂ ਜਾਓ, ਆਪ ਨਾਮ ਜਪੋ, ਦੂਜਿਆਂ ਨੂੰ ਜਪਾਓ। ਬਖਸ਼ੀਆਂ ਹੋਈਆਂ ਰੂਹਾਂ ਸੱਚਖੰਡ ਦੇ ਵਿੱਚੋਂ ਮਾਲਕ ਦੀ ਧਰਤੀ ਤੇ ਉਤਰਦੀਆਂ ਨੇ। ਜਿਹੜੇ ਸੰਤ ਨੇ ਉਹ ਨਿਤ ਅਵਤਾਰ ਨੇ, ਕਈ ਨਿਮਿਤ ਅਵਤਾਰ ਨੇ। ਜਿਹੜੇ ਗੁਰੂ ਸਾਹਿਬ ਹੋਏ ਨੇ, ਗੁਰੂ ਨਾਨਕ ਸਾਹਿਬ ਜੀ, ਗੁਰੂ ਗੋਬਿੰਦ ਸਿੰਘ ਜੀ, ਇਹ ਪੂਰਨ ਅਵਤਾਰ ਹੋਏ ਆ। ਅਨੰਤ ਕਲਾ ਹੋਏ ਠਾਕੁਰ ਚੜਿਆ, ਜਿਵੇਂ ਮੈਂ ਹੂੰ ਪਰਮ ਪੁਰਖ ਕੋ ਦਾਸਾ, ਦੇਖਣ ਆਇਓ ਜਗਤ ਸਮਾਤ ਤਮਾਸਾ। ਸੋ ਵਾਹਿਗੁਰੂ ਨੇ ਮੈਂ ਆਪਣਾ ਸੁਤ ਤੋਹੇ ਨਵਾਜਿਆ, ਪੰਥ ਪਰਚੁਰ ਕਰਵੇ ਕੋ ਸਾਜਿਆ। ਆਪ ਨਾਰਾਇਣ ਕਲਾਤਾਰ ਜਗ ਮੈਂ ਪਰਵਰਿਓ। ਗੁਰੂ ਸਾਹਿਬ ਦਾ ਪੂਰਨ ਅਵਤਾਰ ਨੇ, ਉਹਨਾਂ ਦੀ ਬਰਾਬਰੀ ਤਾਂ ਕੋਈ ਨਹੀਂ ਕਰ ਸਕਦਾ। ਪਰ ਜਿਹੜੇ ਬ੍ਰਹਮ ਗਿਆਨੀ ਨੇ, ਜਿਵੇਂ ਮਾਲੀ ਹੁੰਦਾ ਹੈ, ਮਾਲੀ ਨੇ ਕਿ ਆਪਦੇ ਸਿੱਖ ਸੇਵਕ ਰੱਖੇ ਹੁੰਦੇ ਆ, ਕਿੰਨੇ ਬੂਟੇ ਨੇ, ਕਿੰਨੇ ਪਾਰਕ ਨੇ, ਉਹਨੇ ਕਹਾ ਆਪਦੇ ਸੇਵਕ ਰੱਖੇ ਹੁੰਦੇ ਨੇ ਪਾਣੀ ਧਾਣੀ ਪਾਉਣ ਲਈ, ਗੋਡੀ ਗਾਡੀ ਕਰਨ ਲਈ। ਤੋ ਇਸ ਤਰ੍ਹਾਂ ਸਿੰਚਨ ਹਰ ਇੱਕ ਹੈ ਮਾਲੀ, ਮਾਲੀ ਤਾਂ ਕੋਈ ਹੈ ਪਰਮਾਤਮਾ ਸ੍ਰੀ ਗੁਰੂ ਨਾਨਕ ਦੇਵ ਜੀ। ਗਾਣਾ ਜਿੰਨੇ ਸਾਧੂ ਸੰਤ ਨੇ, ਇਹ ਜਿਹੜੀ ਗੁਰਸਿੱਖੀ ਦੀ ਫੁਲਵਾੜੀ ਲੱਗੀ ਹੋਈ ਹੈ, ਇਹਨਾਂ ਫੁੱਲਾਂ ਨੂੰ ਪ੍ਰਫੁੱਲਤ ਰੱਖਣ ਵਾਸਤੇ ਗੁਰਬਾਣੀ ਦਾ ਪਾਣੀ ਸਿੰਚਣ ਵਾਸਤੇ। ਸਿੰਚਨ ਹਰ ਇੱਕ ਹੈ ਮਾਲੀ, ਖਬਰ ਕਰਤਾ ਹੈ ਪਾਤ ਪਤ ਡਾਲੀ। ਹਰੇਕ ਪੱਤੇ ਦੀ, ਹਰੇਕ ਡਾਲੀ ਦੀ ਆਪ ਖਬਰ ਰੱਖਦਾ, ਉਹਨੂੰ ਸਾਰੀ ਜਾਣਕਾਰੀ ਹੈ। ਤੇ ਉਹ ਸਾਧੂ ਸੰਤਾਂ ਨੂੰ ਮਹਾਰਾਜ ਸੱਚੇ ਪਾਤਸ਼ਾਹ ਜੀ ਸੇਵਾ ਵਾਸਤੇ ਭੇਜਦੇ ਨੇ। ਸ਼ਹੀਦਾਂ ਸਿੰਘਾਂ ਦੀ ਲੋਕ ਦੇ ਵਿੱਚ ਤੇ ਪਰਲੋਕ ਵਿੱਚ ਵੀ ਜਥੇਦਾਰੀ ਹੈ। ਤੇ ਇਸ ਵਾਸਤੇ ਜਿਹੜਾ ਬ੍ਰਹਮ ਗਿਆਨੀ ਹੈ, ਉਹ ਜਿਉਂਦਾ ਵੀ ਕਰਮ ਕਰਦਾ, ਤੇ ਸਰੀਰ ਛੱਡਣ ਤੋਂ ਬਾਅਦ ਤਾਂ ਵਾਹਿਗੁਰੂ ਦੀ ਮਰਜ਼ੀ ਹੈ ਵੀ ਕੀ ਕੰਮ ਲੈਣਾ। ਜਿਹੜਾ ਕੰਮ ਹੈ ਉਹ ਹਰੇਕ ਨੂੰ ਕਰਨਾ ਪੈਂਦਾ ਹੈ। ਮਹਾਰਾਜ ਨੇ ਹੱਥ ਦਿੱਤੇ ਨੇ, ਪੈਰ ਦਿੱਤੇ ਨੇ। ਜੇ ਆਪਾਂ ਚੌਂਕੜਾ ਮਾਰ ਕੇ ਕੰਧ ਵੱਲ ਮੂੰਹ ਕਰਕੇ ਇਕੱਲੇ ਬੈਠੇ ਰਹਾਂਗੇ, ਦੁਨੀਆ ਨੂੰ ਚੰਗੇ ਨਹੀਂ ਲੱਗਾਂਗੇ। ਤੋ ਇਸ ਵਾਸਤੇ ਜਿਹੜੇ ਗੁਰੂ ਦੇ ਸਿੱਖ ਨੇ, ਉਹ ਕਾਰ ਸੇਵਾ ਗੁਰੂ ਘਰਾਂ ਦੀ ਬਰਤਨ ਮਾਂਜਣੇ ਔਰ ਆਪ ਸੇਵਾ ਕਰਦੇ ਤੇ ਦੂਸਰਿਆਂ ਨੂੰ ਸੇਵਾ ਲਈ ਪ੍ਰੇਰਿਤ ਕਰਦੇ। ਆ ਜੋ ਕਥਾ ਕੀਰਤਨ, ਗੁਰਬਾਣੀ ਦਾ ਪਠਨ ਪਾਠਨ, ਨਾਮ ਜਪਣਾ ਜਪਾਉਣਾ, ਇਹ ਧਰਮ ਪ੍ਰਚਾਰ ਦਾ ਕਾਰਜ ਕਰਦੇ ਨੇ। ਤੋ ਜਿਹੜੇ ਆਮ ਇਨਸਾਨ ਹਨ, ਅਸੀਂ ਜੋ ਵੀ ਕਰਮ ਕਰਾਂਗੇ ਉਹਦੇ ਆਪ ਹੰਗਤਾ ਕਰਾਂਗੇ, ਆਪਾਂ ਕੀਤਾ ਹੈ। ਜੇ ਮਾੜਾ ਕੰਮ ਹੋ ਗਿਆ ਤਾਂ ਰੱਬ ਨੇ ਕਰਾਇਆ, ਜੇ ਚੰਗਾ ਕੀਤਾ ਤਾਂ ਮੈਂ ਕੀਤਾ। ਬ੍ਰਹਮ ਗਿਆਨੀ ਤੇ ਸਾਡੇ ਵਿੱਚ ਇਹ ਫਰਕ ਹੈ ਕਿ ਬ੍ਰਹਮ ਗਿਆਨੀ ਕਰਮ ਦੀ ਹੰਗਤਾ ਨਹੀਂ ਰੱਖਦਾ। ਸਾਡੇ ਮਨ 'ਚ ਹੰਗਤਾ ਹੈ, ਇਸ ਲਈ ਕਰਮ ਕਰਦੇ ਤਾਂ ਹਨ ਬ੍ਰਹਮ ਗਿਆਨੀ, ਪਰ ਉਹਨਾਂ ਦੇ ਕਰਮਾਂ ਦੀ ਹੰਗਤਾ ਨਾਸ ਹੋ ਜਾਂਦੀ ਹੈ। ਗਿਆਨ ਕਾਰਨ ਕਰਮ ਅਭਿਆਸ, ਗਿਆਨ ਭਇਆ ਤੇ ਕਰਮ ਨਾਸ। ਕਰਮ ਨਾਸ਼ ਨਹੀਂ ਹੁੰਦੇ, ਕਰਮ ਕਰਨੇ ਪੈਂਦੇ ਨੇ। ਕਰਮਾਂ ਦੀ ਹੰਗਤਾ ਨਾਸ਼ ਹੋ ਜਾਂਦੀ ਹੈ। ਜਿਸ ਪ੍ਰਕਾਰ ਬਾਬਾ ਬੁੱਢਾ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਨੇ ਕਿਹਾ ਕਿ ਅੰਮ੍ਰਿਤ ਵੇਲੇ ਇਸ਼ਨਾਨ ਕਰਿਆ ਕਰੋ ਤੇ ਸੰਗਤ ਵਿੱਚ ਜੁੜ ਕੇ ਬੈਠਿਆ ਕਰੋ, ਤਾਂ ਅੱਗੋਂ ਬਾਬਾ ਬੁੱਢਾ ਜੀ ਨੇ ਕਿਹਾ ਕਿ ਇਹ ਸਤਿਗੁਰੂ ਜੀ, ਹੁਣ ਤੁਹਾਡੀ ਕਿਰਪਾ ਨਾਲ ਅਵਸਥਾ ਐਸੀ ਹੋ ਰਹੀ ਹੈ ਕਿ ਉੱਥੇ ਕੁਛ ਕਰਨ ਦੀ ਬਾਕੀ ਲੋੜ ਹੀ ਨਹੀਂ ਰਹੀ। ਅੱਗੋਂ ਸਤਿਗੁਰਾਂ ਨੇ ਕਿਹਾ ਕਿ ਤੁਸੀਂ ਠੀਕ ਕਹਿੰਦੇ ਹੋ, ਭਾਵੇਂ ਕੋਈ ਲੋੜ ਹੀ ਨਹੀਂ ਹੈ, ਪਰ ਤੁਹਾਡੇ ਜੀਵਨ ਵੱਲ ਵੇਖ ਕੇ ਬੇਅੰਤ ਸੰਗਤਾਂ ਗੁਰਮਤਿ ਪ੍ਰਾਪਤ ਕਰਨਗੀਆਂ। ਤੁਹਾਨੂੰ ਅੰਮ੍ਰਿਤ ਵੇਲੇ ਉੱਠਦਿਆਂ ਵੇਖ ਕੇ ਸੰਗਤਾਂ ਵਿੱਚ ਵੀ ਅੰਮ੍ਰਿਤ ਵੇਲੇ ਉੱਠਣ ਦਾ ਉਤਸ਼ਾਹ ਪੈਦਾ ਹੋਵੇਗਾ, ਸਿਮਰਨ ਦੀ ਲਗਨ ਲੱਗੇਗੀ। ਇਹ ਉਪਦੇਸ਼ ਸੁਣ ਕੇ ਬਾਬਾ ਬੁੱਢਾ ਜੀ ਨੇ ਸਤ ਬਚਨ ਕਹਿ ਕੇ ਧਾਰਨ ਕੀਤਾ ਤੇ ਸਾਰੀ ਉਮਰ ਗੁਰਦੁਆਰੇ ਦੀਆਂ ਪੈਲੀਆਂ ਦੀ ਸੇਵਾ ਕਰਦੇ ਰਹੇ। ਜਿੱਥੇ ਬੀੜ ਬਾਬਾ ਬੁੱਢਾ ਸਾਹਿਬ ਹੈ, ਮਾਲਵੇ ਵਿੱਚ ਝੜੀ ਕਹਿੰਦੇ ਨੇ, ਤੇ ਇੱਧਰ ਜਿਹੜਾ ਦੁਆਬਾ ਹੈ, ਇੱਥੇ ਆਪਾਂ ਉਹ ਦਰਿਆਈ ਇਲਾਕੇ ਨੂੰ ਮੰਡ ਵੀ ਕਹਿ ਦਿੰਦੇ ਆ। ਮਤਲਬ ਜਿੱਥੇ ਬਹੁਤਾ ਜੰਗਲ ਮੇਲਾ ਹੋਵੇ, ਝੜੀ ਕਹਿ ਲਓ ਜਾਂ ਬੀੜ ਕਹਿ ਲਓ, ਉਹ ਜੰਗਲ ਮੇਲੇ ਦੇ ਵਿੱਚ ਬਾਬਾ ਜੀ ਦਾ ਆਸਣ ਸੀਗਾ। ਤੇ ਜਿੰਨੀਆਂ ਪੈਲੀਆਂ ਜ਼ਮੀਨਾਂ ਗੁਰੂ ਘਰ ਦੇ ਨਾਮ ਸੀਗੀਆਂ, ਉਹਨਾਂ ਸਾਰਿਆਂ ਦੀ ਵਾਹੀ ਖੇਤੀ ਦੀ ਸੇਵਾ ਕਰਕੇ ਜੋ ਅਨਾਜ ਪੈਦਾ ਹੁੰਦਾ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਦੇ ਲੰਗਰ ਦੇ ਵਿੱਚ ਭੇਜ ਦਿਆ ਕਰਦੇ। ਕਿਉਂ?
बाबा जी निमरतावान रहे, सारी उम्र सेवा निभाते रहे। ज्ञानवान के ताई कर्मां का अभ्यास नहीं रहिंदा, पर दुनिया की भलाई परोपकार वास्ते जिवें पहला संसार विच वरतदे सी उसे प्रकार ही वरतदे रहिंदे ने। देखण वाले नूं जापदा कि ये भी साडे वांग ही ने, पर ज्ञानवान होने कारण उन्हां नूं कर्मां दे फल की इच्छा नहीं रहिंदी। काहू फल की इच्छा नहीं बाशा, केवल भगत कीर्तन संग्राज। ਅਸੀਂ ਛੋਟੇ ਤੋਂ ਛੋਟਾ ਵੀ ਕਰਮ ਕਰਕੇ ਕਹਿੰਦੇ ਆ ਵੀ ਸਾਨੂੰ ਆਹ ਫਲ ਮਿਲੇ, ਸੇਵਾ ਥੋੜੀ ਮੰਗਣ ਬਹੁਤਾ, ਇਸੇ ਲਈ ਮਹਿਲ ਨਾ ਪਾਵੇ ਕਹਿਤੋ ਪੁੱਤਾ। ਇਉਂ ਸੋ ਸਵਰਗ ਦੀ ਇੱਛਾ ਹੁੰਦੀ ਹੈ। ਕਬੀਰ ਸਾਹਿਬ ਜੀ ਵੇਖੋ ਬ੍ਰਹਮ ਗਿਆਨੀ ਸੰਤ ਭਗਤ ਹੋਏ ਨੇ, ਉਹਨਾਂ ਦੇ ਕੈਸੇ ਸੋਹਣੇ ਵਿਚਾਰ ਨੇ। ਕਬੀਰ ਜੀ ਕਹਿੰਦੇ ਨੇ ਕਬੀਰ ਸੁਰਗ ਬਾਸਨਾ ਬਾਛੀ ਹੈ। ਅਸੀਂ ਕਰਮ ਕਰਕੇ ਸਵਰਗ ਦੀ ਇੱਛਾ ਰੱਖਦੇ ਹਾਂ, ਪਰ ਕਬੀਰ ਜੀ ਕਹਿੰਦੇ ਵੀ ਮੈਨੂੰ ਨਹੀਂ ਇੱਛਾ ਹੈ ਕਿ ਮੈਂ ਸਵਰਗ ਵਿੱਚ ਜਾਵਾਂ। ਸਵਰਗ ਦਾ ਵਸਣਾ ਮੈਂ ਨਹੀਂ ਚਾਹੁੰਦਾ। ਡਰੀਏ ਨਾ ਨਰਕ ਨਿਵਾਸ, ਤੇ ਨਰਕਾਂ 'ਚ ਵਸਣ ਤੋਂ ਆਪਾਂ ਡਰਦੇ ਕੋਈ ਨਹੀਂ, ਕਿਉਂਕਿ ਡਰ ਤੇ ਉਹਨੂੰ ਹੁੰਦਾ ਜਿਹੜਾ ਬੰਦਾ ਨਿਗੁਰਾ ਹੋਵੇ। ਜਿਹੜਾ ਕੰਮ ਸਾਡੇ ਵੱਸ ਦਾ ਨਾ ਹੋਵੇ ਅਸੀਂ ਗੁਰੂ ਤੇ ਸੁੱਟ ਦਿੰਦੇ ਹਾਂ। ਅਰਦਾਸ ਕਰ ਲਓ ਬਸ ਕਿ ਮਹਾਰਾਜ ਸਾਡੀਆਂ ਬਾਹਾਂ ਖੜੀਆਂ ਤੇ ਹੁਣ ਸਾਨੂੰ ਕੁਛ ਪਤਾ ਹੀ ਨਹੀਂ ਹੈ ਕਿੱਥੇ ਜਾਣਾ, ਤੇਰੀ ਮਰਜ਼ੀ ਹੈ ਤੇ ਤੂੰ ਸਾਡਾ ਰਾਖਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ ਤਾਂ ਭਉ ਇਹ ਹਕਾੜਾ ਜੀਓ। ਜਿਹੜਾ ਬੰਦਾ ਗੁਰੂ ਦੇ ਸਪੁਰਦ ਕਰ ਦਿੰਦਾ ਆਪਣਾ ਆਪ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਨੇ ਭਾਈ, ਜੋ ਗੁਰੂ ਕਹਿੰਦਾ ਜੋ ਗੁਰੂ ਕਹੈ ਸੋਈ ਪਰ ਮੰਨੋ। ਹਰ ਹਰ ਕਥਾ ਨਿਰਾਲੀ, ਹੁਕਮ ਨੂੰ ਮੰਨਦਾ ਤੇ ਹਰੀ ਦੀ ਨਿਰਾਲੀ ਕਥਾ ਨੂੰ ਸੁਣਦਾ, ਗੁਰੂ ਦਾ ਰਾਖਾ ਹੁੰਦਾ ਹੈ। ਲੋਕ ਅਤੇ ਪਰਲੋਕ ਦੇ ਵਿੱਚ ਉਹਦੀ ਰੱਖਿਆ ਕਰਦਾ। ਗੁਰੂ ਵਾਲਾ ਬੰਦਾ ਨਰਕਾਂ 'ਚ ਨਹੀਂ ਜਾਂਦਾ। ਇਹ ਗੱਲ ਵੱਖਰੀ ਹੈ ਵੀ ਜਨਮ ਭਾਵੇਂ ਮਹਾਰਾਜ ਦੇ ਆਪਦੀ ਸਿੱਖੀ ਦੇ ਵਿੱਚ ਪਰਪੱਕ ਕਰਨ ਲਈ ਸੇਵਾ ਹੋਰ ਕਰਾਉਣੀ ਹੋਵੇ, ਇਹ ਮਹਾਰਾਜ ਦੀ ਮਰਜ਼ੀ ਹੈ। ਮੁਕਤ ਕਰੇ ਨਾ ਕਰੇ, ਪਰ ਨਰਕਾਂ 'ਚ ਨਹੀਂ ਸੁੱਟਦਾ। ਜੇ ਕਿਤੇ ਆਪਦੀ ਕਰਤੂਤ ਕਰਕੇ ਇਨਸਾਨ ਬਹਿ ਵੀ ਜਾਵੇ ਤਾਂ ਵੀ ਸਿੱਖੀ ਦੀ ਪਹਿਚਾਣ ਕੇਸ ਵੇਖ ਕੇ ਇਹਨੇ ਪੱਗ ਬੰਨੀ ਹੋਈ ਹੈ, ਇਹਦੇ ਸਿਰ ਤੇ ਕੇਸ ਨਹੀਂ। ਜੇ ਕੋਈ ਕਹੇ ਵੀ ਇਹ ਤਾਂ ਇੱਥੇ ਸੜ ਗਏ, ਨਹੀਂ। ਜਿਸ ਤਰ੍ਹਾਂ ਦੀ ਬੰਦੇ ਨੇ ਰਹਿਤ ਰੱਖੀ ਹੈ ਜਿਉਂਦਿਆਂ, ਮਰਿਆਂ ਤੋਂ ਬਾਅਦ ਵੀ ਉਹ ਉਸੇ ਤਰ੍ਹਾਂ ਦਾ ਦਿਖੂਗਾ। ਆ ਜਿੰਨੇ ਸਿੰਘ ਨੇ ਇਹ ਸਾਰੇ ਉਸੇ ਤਰ੍ਹਾਂ ਦੇ ਨੇ, ਵੇਖਣ ਨੂੰ ਉਸੇ ਤਰ੍ਹਾਂ ਦੇ ਹੀ ਨੇ, ਕਿਉਂਕਿ ਆਤਮਾ ਦੀ ਮਰਦੀ ਹੈ। ਜਿਸ ਤਰ੍ਹਾਂ ਦਾ ਬੰਦਾ ਰਿਹਾ, ਹੁਣ ਬਾਬਾ ਤਾਰੂ ਸਿੰਘ ਨੇ ਜਿਉਂਦਿਆਂ ਕੇਸ ਨਹੀਂ ਕਟਵਾਏ, ਸਿੱਧਕ ਰੱਖਿਆ। ਇਹ ਥੋੜਾ ਵੀ ਉਹਦੇ ਕੇਸ ਦੇ ਸੰਸਕਾਰ 'ਚ ਸਾੜ ਕੇ ਬਿਲਕੁਲ ਨਹੀਂ, ਉਸ ਤਰ੍ਹਾਂ ਦਾ ਸੰਸਕਾਰ ਹੁੰਦਾ ਉਸੇ ਤਰ੍ਹਾਂ ਦਾ। ਉਹ ਚੜ੍ਹਦੀ ਕਲਾ ਦੇ ਨਾਲ ਜਿਹੜੀ ਰਹਿਤ ਇਨਸਾਨ ਜਿਉਂਦੇ ਰੱਖਦਾ ਤੇ ਮਹਾਰਾਜ ਮਰਿਆਂ ਤੋਂ ਬਾਅਦ ਆਪ ਰਕਸ਼ਾ ਕਰਦਾ ਹੈ। ਇਸ ਲਈ ਮਹਾਰਾਜ ਸਿੱਖੀ ਦੀ ਨਿਸ਼ਾਨੀ ਵੇਖ ਕੇ ਤੇ ਨਰਕਾਂ ਤੋਂ ਕਾਢੀ ਨਰਕ ਤੇ ਤੂੰ। ਮੈਂ ਜਿਹੜੀ ਗੱਲ ਕਹੂੰਗਾ ਨਾਲ ਬਾਣੀ ਦੀ ਪੰਕਤੀ ਪੜ੍ਹ ਕੇ ਸੁਣਾਉਂਗਾ, ਸਿੱਧ ਕਰਨ ਵਾਸਤੇ ਕਿ ਗੁਰਬਾਣੀ 'ਚ ਲਿਖਿਆ ਹੋਇਆ ਹੈ ਕਿ ਨਰਕਾਂ ਦੇ ਵਿੱਚੋਂ ਕੇਸਾਂ ਤੋਂ ਤੂੰ ਨਹੀਂ ਬਾਹਰ ਕੱਢ ਦੇ, ਕੇਸਾਂ ਦਾ ਸਤਿਕਾਰ ਕਰਦੇ, ਦਸਤਾਰ ਵੇਖ ਕੇ ਕੇਸ ਵੇਖ ਕੇ ਤੇ ਜਿਹੜਾ ਵੀ ਅੰਗ ਪਰ ਬਾਂਹ ਹੱਥਾਂ ਕੇ ਬਾਂਹ, ਕੁਝ ਵੀ ਹੱਥ ਆ ਗਿਆ ਹੱਥ 'ਚ ਹੱਥ ਫੜ ਕੇ ਕਿਸੇ ਤਰ੍ਹਾਂ ਵੀ ਜਾਂ ਚੁੱਕ ਕੇ ਬਾਹਰ ਮਾਰ ਦੇ। ਜਿਵੇਂ ਕਿ ਕੇਸਾਂ ਤੋਂ ਹੀ ਧੋਣਾ ਹੈ, ਕੇਸਾਂ ਦੀ ਨਿਸ਼ਾਨੀ ਵੇਖ ਕੇ ਕਿ ਸਿੱਖ ਹੈ ਧੋ ਕੇ ਬਾਹਰ ਕੱਢ ਲੈਂਦੇ ਹਨ। ਕਿਉਂ ਸੁਰਗ ਵਾਸਨਾ ਬਾਛੀ ਹੈ। ਸੇਵਾ ਕਰੋ, ਬਾਣੀ ਪੜ੍ਹੋ, ਪਰ ਸਵਰਗਾਂ 'ਚ ਬਚਣ ਦੀ ਇੱਛਾ ਨਾ ਰੱਖੋ, ਕਿਉਂਕਿ ਉੱਥੇ ਕੀ ਹੈ, ਇੱਥੇ ਠੇਕੇ ਨੇ, ਇੱਥੇ ਰੂੜੀ ਮਾਰਕਾ ਹੈ, ਉੱਥੇ ਅੰਗੂਰਾਂ ਦੀ ਸ਼ਰਾਬ ਹੈ ਵਧੀਆ ਕਿਸਮ ਦੀ। ਇਹ ਸ਼ਰਾਬ ਹੀ ਪੀਣੀ ਅੰਦਰ ਕੀ ਲੋੜ ਹੈ? ਸ਼ਰਾਬ ਬੜੀ ਜਗ੍ਹਾ ਆਪਾਂ ਜਾਂਦੇ ਨਹੀਂ। ਪੂਰਾ ਪਰੀਆਂ ਨੱਚਦੀਆਂ ਪਈਆਂ ਨੇ ਬੰਦੇ ਨੂੰ ਪ੍ਰਸੰਨ ਮਨੋਰੰਜਨ ਕਰਨ ਵਾਸਤੇ। ਇੱਥੇ ਆਪਾਂ ਸਿਨੇਮੇ ਨੂੰ ਪਸੰਦ ਨਹੀਂ ਕਰਦੇ, ਨਾਲੇ ਪੈਸੇ ਖਰਚੋ, ਨਾਲੇ ਟਾਈਮ ਬਰਬਾਦ। ਜੇ ਨਾਚ ਹੀ ਵੇਖਣਾ ਹੈ ਤਾਂ ਕੀ ਫਾਇਦਾ ਹੋਇਆ? ਇਸ ਵਾਸਤੇ ਰੰਗ ਤਮਾਸ਼ੇ ਬਹੁ ਵਿਧੀ ਚਾਹੇ ਲੱਗ ਰਹੇ ਆ, ਚੇਤਨਾ ਜੋ ਪਾਰ ਤਾਂ ਸਰਪ ਕੀ ਜੂਨ ਗਏ। ਨਾਚ ਹੀ ਵੇਖਣਾ ਫਿਰ ਉੱਥੇ ਕੀ ਲੋੜ ਹੈ? ਜਿਹੜੇ ਸੁੱਖ ਦੀ ਗੱਲ ਹੈ, ਸੁੱਖ ਤਾਂ ਨਾਮ ਜਪਣ ਦੇ ਵਿੱਚ ਹੈ।
इस लिए ਜਿਹੜਾ स्वर्ग की इच्छा है वो कोई बहुत ही बड़ी खास गल नहीं। इतों तक भी 10वें द्वार की इच्छा भी गुरु का सिख नहीं करता, क्योंकि मन निर्मल नहीं 10वें द्वार, पता नहीं किहड़े पासे ध्यान हो जाना। तो इसलिए कबीर चरण कमल की मौज में रहो अंत रात। ਆਪਾਂ ਤਾਂ चरण कमलों की मौज की इच्छा रखते हैं, भावें महाराज इत्थे ते भावें परलोक विच, जिवें इत्थे बिठाया उसे तरह उत्थे चरनां दे विच जगह मिले। जिवें भाई डल्ले ने कलगीधर जी के पासों ना स्वर्ग मंगिया ना कोई होर अरदास कीती, आखे भी चरनां 'च जगह चाहिए। जिथे गुरु गोबिंद सिंह के चरण होण, भावें सचखंड भावें जिथे मर्जी, असीं तां चरनां 'च रहना है। जो आनंदपुर साहब है, आनंदपुर साहब जी, हजूर साहब है, हजूर साहब, ये तो शरीर की खेड सी ना। ते बाकी महाराज की जोत हर थां ही व्यापक है। वो जिहड़े हिरदे चरण शब्द सतगुरु गुरु नानक बंद उपाल, जिहड़ी शब्द सुरती जोड़नी है, यही महाराज के चरण। सो बैकुंठ नगर जहाँ संत वासा, साध संगत बैकुंठ है, इत्थे भी बैकुंठ है, ते ऊपर भी जिथे संगत जुड़ी हुई है, बाणी का कीर्तन हो रहा, नाम जप रही है, वही महाराज के चरण। गुरु साहब का प्रकाश है, असली स्वरूप महाराज का हड चा मास का नहीं, वो तो प्रकाश रूप है, ज्योति रूप है। सो इसलिए स्वर्गवास न बाछिए, डरिए न नरक निवास, होना है सो हुई है, मने न कीजे आस, सेवा करते हुए निकामी, इसको होद प्राप्त स्वामी। अपना इस पंक्ति के आधारित एक कथा विचार आपस के बीच विचार रहे सी। रविदास जी कहते ने, ज्ञान कारण कर्म अभ्यास, ब्रह्म ज्ञान की प्राप्ति वास्ते कर्म का जो अभ्यास करना पैंदा है, सेवा करनी पैंदी है, और बड़े जतन करने, पूजा करनी पैंदी है। ज्ञान पाया कर्म है नाश, पर संत महापुरख वो सेवा करदे होए निष्कामता दे विच रहिंदे ने। फिर जब ब्रह्म ज्ञान हो जांदा, पहला कर्मां दी हंगता सीगी, हुण हंगता नाश हो गई। कर्मां दे फल की इच्छा नहीं रहिंदी, काहू फल की इच्छा नहीं बाशै, केवल भगत कीर्तन संग रचै। ਹਿਤ ਕਾਰਨ ਦੰਦ ਮਥੈ ਸਿਆਣਾ, जिस प्रकार घ्यो दे वास्ते सियाणी स्त्री दही नूं रिड़कना करदी है, इसी प्रकार ਹਿਤ ਕਾਰਨ ਦੰਦ ਮਥੈ ਸਿਆਣਾ, सियाणी स्त्री की तरह ज्ञानवान पुरख ब्रह्मानंद रूप घ्यो दे वास्ते निष्काम कर्मा रूपी दही नूं विवेक रूप धारी पा के रिड़कना करदे ने। जीवन मुक्त सदा निर्वाण, अति उस विचों जीवन मुक्ति रो ब्रह्म ज्ञान रूपी मक्खन प्राप्त करके ਉਹਦੇ ਵਿੱਚੋਂ ਅਨੰਦ ਦਾ ਪ੍ਰਕਾਸ਼ ਰੂਪ ਘਿਓ ਕੱਢ ਲੈਂਦੇ ਨੇ। ਉਹ ਸੰਸਾਰ ਫਿਰ ਜਿਉਂਦੇ ਹੋਏ ਵੀ ਸਦਾ ਮੁਕਤ ਪੁਰਖ ਨੇ ਅਤੇ ਹਮੇਸ਼ਾ ਕਰਮ ਕਾਂਡ ਆਦਿ ਦੇ ਬੰਧਨਾਂ ਤੋਂ ਰਹਿਤ ਰਹਿੰਦੇ ਨੇ, ਜਾਂ ਆਦਤਾਂ ਤੋਂ ਜਾਂ ਦੁੱਖਾਂ ਤੋਂ ਰਹਿਤ ਹੋ ਜਾਂਦੇ ਹਨ। ਰਵਿਦਾਸ ਪਰਮ ਬੈਰਾਗ, ਭਗਤ ਰਵਿਦਾਸ ਜੀ ਇਹ ਸਾਰੇ ਵਿਚਾਰ ਕਥਨ ਕਰ ਰਹੇ ਨੇ ਕਿ ਵੱਡੇ ਧਰਤੀ ਪਰ ਤਰਤੋਂ ਬੈਰਾਗ ਨੂੰ ਧਾਰਨ ਕਰਕੇ ਮੇਰੀ ਦਰਾਮ ਕੀਨਾ ਜਪਸ ਅਭਾਗ, हे ਭਾਗਾਂ ਤੋਂ ਹੀਣੇ ਜੀਵ ਆਪਣੇ ਹਿਰਦੇ ਅੰਦਰ ਵਸਦੇ ਪਰਮਾਤਮਾ ਨੂੰ ਕਿਉਂ ਨਹੀਂ ਤੂੰ ਜਪਦਾ, ਜਿਸ ਕਰਕੇ ਤੈਨੂੰ ਸਰੂਪ ਦੀ ਸਖਿਆਤਤਾ ਹੋਵੇ। ਭਾਵ ਤੋਂ ਪਰਮਾਤਮਾ ਦਾ ਨਾਮ ਸਿਮਰਨ ਕਰ। ਨਾਮਦੇਵ, ਨਾਮਦੇਵ ਦੀ ਬਾਣੀ ਪਹਿਲਾਂ ਸਮਾਪਤ ਹੋ ਗਈ ਸੀ ਤੇ ਰਵਿਦਾਸ ਜੀ ਦਾ ਇਹ ਸ਼ਬਦ ਆਇਆ ਹੈ, ਹੁਣ ਫਿਰ ਨਾਮਦੇਵ ਜੀ ਦਾ ਆ ਗਿਆ। ਇਹ ਗੁਰੂ ਸਾਹਿਬ ਦੀ ਮੌਜ ਹੈ। ਇਹ ਜਿਹੜਾ ਪਾਵਨ ਸ਼ਬਦ ਹੈ ਇਹ ਉਸ ਵਕਤ ਨਾਮਦੇਵ ਜੀ ਨੂੰ ਚੱਲ ਰਿਹਾ ਹੈ ਜਿਸ ਵਕਤ ਭਗਤ ਨਾਮਦੇਵ ਜੀ ਪੰਡਰਪੁਰ ਵਿੱਚ ਨਿਵਾਸ ਕਰ ਰਹੇ ਸਨ। ਉੱਥੇ ਇੱਕ ਦਿਨ ਭਗਤ ਨਾਮਦੇਵ ਜੀ ਆਪਣੀ ਮੌਜ ਵਿੱਚ ਛੈਣੇ ਵਜਾਉਂਦੇ ਹੋਏ ਪ੍ਰਭੂ ਦਾ ਕੀਰਤਨ ਭਜਨ ਕਰਦੇ ਹੋਏ ਜਾ ਰਹੇ ਸਨ।
ਉਦੋਂ ਰਸਤੇ ਵਿੱਚ ਇੱਕ ਰਾਸ ਪੈ ਰਹੀ ਸੀ। ਉਹਨਾਂ ਨੇ ਕਿਹਾ ਕਿ ਜੇਕਰ ਇਹ ਸਾਡੇ ਪਾਸ ਆ ਗਿਆ ਤਾਂ ਸਾਡੇ ਤਾਲ ਵਿੱਚ ਭੰਗ ਪਾ ਦੇਵੇਗਾ, ਇਸ ਲਈ ਇਹਨੂੰ ਦੂਰੋਂ ਹੀ ਟਾਲ ਦਈਏ। ਤਦੋਂ ਉਹਨਾਂ ਨੇ ਭਗਤ ਨਾਮਦੇਵ ਜੀ ਨੂੰ ਬੇਨਤੀ ਕਰਕੇ ਕਿਹਾ ਕਿ ਭਗਤ ਜੀ, ਇਹਨਾਂ ਸਾਰੇ ਰਾਸਧਾਰੀਆਂ ਨੂੰ ਤ੍ਰੇਹ ਲੱਗ ਗਈ ਹੈ, ਤੁਸੀਂ ਕਿਰਪਾ ਕਰਕੇ ਉਹ ਨਗਰ ਤੋਂ ਬਾਹਰ ਖੂਹ ਤੋਂ ਪਾਣੀ ਲੈ ਕੇ ਆਓ। ਭਗਤ ਨਾਮਦੇਵ ਜੀ ਛੈਣੇ ਵਜਾਉਂਦੇ ਅਤੇ ਕੀਰਤਨ ਕਰਦੇ ਹੋਏ ਜਿੱਥੋਂ ਭੇਜਿਆ ਸੀ ਖੂਹ ਤੋਂ ਪਾਣੀ ਲੈਣ ਉਸ ਖੂਹ ਵੱਲ ਨੂੰ ਚੱਲ ਪਏ, ਜਿੱਥੇ ਇੱਕ ਬਹੁਤ ਵੱਡਾ ਦਿਓ ਰਹਿੰਦਾ ਸੀ। ਉਹਨਾਂ ਦਾ ਮਤਲਬ ਹੈ ਵੀ ਇਹ ਨਿਤ ਤੰਗ ਕਰਦਾ ਹੈ, ਮੰਦਿਰ ਚ ਆ ਵੜਦਾ ਹੈ ਜਾਂ ਸਾਡੇ ਤਾਲ 'ਚ ਭੰਗ ਪਾਉਂਦਾ, ਇਹਨੂੰ ਮਗਰੋਂ ਨਾਲ ਆਪੇ ਦਿਓ ਖਾਬ ਹੋ ਜਾਏਗਾ। ਤੇ ਜਿਸ ਵਕਤ ਉੱਥੇ ਪਹੁੰਚੇ ਉਹ ਦਿਓ ਨੇ ਭਗਤ ਜੀ ਦੇ ਛੈਣੇ ਖੋਲੇ। ਕਹਿੰਦੇ ਤੂੰ ਕੀ ਕਰਨਾ ਹੈ ਇੱਥੇ? ਤੈਨੂੰ ਪਤਾ ਨਹੀਂ ਵੀ ਮੈਂ ਇੱਥੇ ਕਿਸੇ ਨੂੰ ਛੱਡਦਾ ਨਹੀਂ ਜਿਉਂਦੇ। ਉਹ ਦਿਓ ਦੇ ਵਿੱਚ ਵੀ ਜਦ ਉਹਨੇ ਇਸ ਤਰ੍ਹਾਂ ਦਬਕਾ ਮਾਰਿਆ, ਇਹ ਭਗਤ ਨਾਮਦੇਵ ਜੀ ਡਰਨ ਦੀ ਬਜਾਏ ਉਹਨਾਂ ਨੇ ਉਹ ਦਿਓ ਦੇ ਵਿੱਚ ਪਰਮਾਤਮਾ ਦੀ ਜੋਤ ਵੇਖ ਕੇ ਸ਼ਬਦ ਉਚਾਰਨ ਕੀਤਾ। ਤਾਂ ਸੱਚਮੁੱਚ ਹੀ ਵਾਹਿਗੁਰੂ ਜੀ ਨੇ ਉਸ ਦਿਓ ਦੇ ਵਿੱਚੋਂ ਨਾਮਦੇਵ ਨੂੰ ਦਰਸ਼ਨ ਦਿੱਤੇ। ਆਓ ਪਿਆਰ ਨਾਲ ਸੁਣੋ। ਆਓ ਕਲੰਦਰ ਕੀ ਸਵਾ। ਕਲੰਦਰ ਨਾਮ ਹੈ ਬੇਪਰਵਾਹ ਫਕੀਰਾਂ ਦਾ। ਇਹ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਕਰਨ ਵਾਲੇ ਅਤੇ ਕੇਸਵ ਕਹਿੰਦੇ ਨੇ ਕੇਸਾਧਾਰੀ ਨੂੰ, ਕੇਸਾਂ ਨੂੰ ਧਾਰਨ ਵਾਲੇ ਪਰਮਾਤਮਾ ਆਓ ਆਉਣਾ ਕਰੋ। ਜਾਂ ਕਲ ਅੰਦਰ ਹਿਰਦੇ ਵਿੱਚ ਕਲ ਸ਼ਾਂਤੀ ਦੇਣ ਵਾਲੇ, ਜਾਂ ਮਨ ਇੰਦਰੀਆਂ ਜੀਵਾਂ ਰੂਪ ਕਲੰਦਰ ਬਾਂਦਰਾਂ ਨੂੰ ਨਚਾਉਣ ਵਾਲੇ ਕਲੰਦਰ ਮਦਾਰੀ ਦਾ ਨਾਮ ਹੈ। ਮਦਾਰੀ ਰੋ ਕਿ ਇਹ ਸਵਾ ਕਿ ਪਾਣੀ ਆਦਿ ਤੱਤਾਂ ਵਿੱਚ ਸਵਾ ਬਿਰਾਜਣ ਵਾਲੇ ਪ੍ਰਭੂ ਤੂੰ ਆਉਣਾ ਕਰ। ਹਰ ਅਬਦਾਲੀ ਭੇਸਵਾ। ਜਿਸ ਨੇ ਅਬਦਾਲਾ ਵਾਲਾ ਜਾਂ ਵੱਡਾ ਪੂਜ්य ਭੇਸ ਧਾਰਨ ਕੀਤਾ ਹੋਇਆ ਹੈ। ਅਬਦਾਲਾ ਇੱਕ ਖਾਸ ਦਰਜੇ ਦੇ ਫਕੀਰ ਜੋ ਮੁਸਲਮਾਨ ਮਤ ਦੇ ਆਚਾਰੀਆ ਨੇ, ਗਿਣਤੀ ਵਿੱਚ 70 ਮੰਨੇ ਨੇ, ਜਿਨ੍ਹਾਂ ਵਿੱਚੋਂ 40 ਸ਼ਾਮ ਦੇ ਵਿੱਚ ਤੇ 30 ਹੋਰ ਥਾਈਂ ਰਹਿੰਦੇ ਨੇ। ਕਈਆਂ ਨੇ 40 ਅਬਦਾਲ ਵੀ ਮੰਨੇ ਨੇ ਤੇ ਅਬਦਾਲਾਂ ਦੇ ਪ੍ਰਧਾਨ ਨੂੰ ਗੌਸ ਕਹਿੰਦੇ ਨੇ, ਜਿਸ ਤਰ੍ਹਾਂ ਹਮਜ਼ਾ ਗੌਸ ਸੀਗਾ। ਤੇ ਲਿਖਿਆ ਹੈ ਕਿ ਇਹਨਾਂ ਅਬਦਾਲਾਂ ਦੀ ਬੰਦਗੀ ਅਤੇ ਸ਼ਕਤੀ ਦੇ ਆਸਰੇ ਸਾਰੀ ਦੁਨੀਆ ਕਾਇਮ ਹੈ। ਜਦ ਇਹਨਾਂ ਵਿੱਚੋਂ ਕੋਈ ਮਰ ਜਾਂਦਾ ਤਾਂ ਉਹਦੀ ਥਾਂ ਖੁਦਾ ਕਿਸੇ ਹੋਰ ਨੂੰ ਮੁਕਰਰ ਕਰਦਾ ਹੈ। ਇਸ ਤਰ੍ਹਾਂ ਇਸ ਪਦਵੀ ਦੀ ਬਦਲੀ ਹੁੰਦੀ ਰਹਿੰਦੀ ਹੈ, ਜਿਸ ਕਰਕੇ ਇਸ ਦੀ ਅਬਦਾਲ ਸੰਗਿਆ ਹੈ। ਮੁਸਲਮਾਨਾਂ ਦੇ ਵਿੱਚ ਫਕੀਰਾਂ ਦੇ 5 ਦਰਜਿਆਂ ਵਿੱਚ ਅਬਦਾਲ ਵੀ ਹੈ। ਫਕੀਰਾਂ ਦਾ ਪਹਿਲਾ ਰੁਤਬਾ ਕੌਸ ਕਰਕੇ ਮੰਨਿਆ ਹੈ, ਹਮਜ਼ਾ ਕੌਸ, ਤੇ ਦੂਜਾ ਰੁਤਬਾ ਕੁਤਬ ਦਾ ਮੰਨਿਆ ਹੈ, ਤੀਸਰਾ ਬਲੀ, ਚੌਥਾ ਅਵਤਾਰ, ਪੰਜਵਾਂ ਕਲੰਦਰ। ਕਿੰਨਿਆਂ ਦੇ ਮਤ ਵਿੱਚ ਕਲੰਦਰ ਦੀ ਥਾਂ ਔਤਾਦ ਹੈ। ਇਉਂ ਆਓ ਕਲੰਦਰ ਕੇਸਵਾ ਕਰ ਅਬਦਾਲੀ ਕੇਸਵਾ। ਜਿਸ ਨੇ ਅਬਦਾਲਾ ਵਾਲਾ ਜਾਂ ਵੱਡਾ ਪੂਜ්य ਭੇਸ ਧਾਰਨ ਕੀਤਾ ਹੋਇਆ, ਇਹ ਬੇਪਰਵਾਹ ਫਕੀਰਾਂ ਦਾ ਰੂਪ ਧਾਰਨ ਵਾਲੇ ਕੇਸਾਧਾਰੀ ਪਰਮਾਤਮਾ ਆਓ ਆਉਣਾ ਕਰੋ। ਤੁਹਾਨੂੰ ਜੀਉ ਆਇਆਂ ਨੂੰ ਦਿਓ ਦੇ ਰੂਪ ਦੇ ਵਿੱਚ ਵੀ ਤੁਹਾਡਾ ਮੋਸਟ ਵੈਲਕਮ। ਕਿ ਤੁਸੀਂ ਦਰਸ਼ਨ ਤਾਂ ਦਿੱਤੇ, ਭਾਵੇਂ ਦੈਂਤ ਦੇ ਰੂਪ ਦੇ ਵਿੱਚ ਦਿੱਤੇ। ਵਿਸ਼ਰਾਮ ਦੇ ਕੇ ਫਰਮਾਨ ਕਰਦੇ ਨੇ। ਫਿਰ ਭਗਤ ਨਾਮਦੇਵ ਜੀ ਉਸ ਦਿਓ ਦੇ ਵੱਡੇ ਸਰੀਰ ਵੱਲ ਵੇਖ ਕੇ ਕਹਿਣ ਲੱਗੇ ਕਿ हे ਭਗਵਾਨ, ਮੈਂ ਤੁਹਾਡਾ ਕਿਤਨਾ ਕੁ ਇਹ ਸਰੀਰ ਨਹੀਂ ਜਾਣਦਾ। ਤੁਹਾਡਾ ਤਾਂ ਆਕਾਰ ਬਹੁਤ ਵੱਡਾ ਹੈ। ਵਿਰਾਟ ਰੂਪ ਦੇ ਵਿੱਚ ਕਥਨ ਕਰਦੇ ਹਨ ਕਿ ਜਿਸ ਆਪ ਜੀ ਨੇ ਵਿਰਾਟ ਰੂਪ ਦੇ ਵਿੱਚ 7 ਆਕਾਸ਼ਾਂ ਰੂਪੀ ਸਿਰ ਉੱਪਰ ਜਿਨ ਆਕਾਸ ਕੁਲ ਹੈ ਸਿਰ ਕੀਨੀ। ਜਿਸ ਆਪ ਜੀ ਨੇ
सत आकाशां रूप सिर उपर फकीरा वाली कुलै टोपी पहन कीती है। सपत पयाला ਅਤੇ ਸੱਤ ਪਤਾਲਾਂ ਰੂਪ ਕੌਸੇ ਖੜਾਵਾਂ ਪਹਿਨੀਆਂ ਹੋਈਆਂ ਹਨ। ਸੱਤ ਆਕਾਸ਼ ਪੂਰ ਭਵਰ ਜਨ ਮਿਹਰ ਤਪ ਸਤ ਸਵਰ। ਇਹ ਸੱਤ ਪਤਾਲ ਨੇ ਅਤਲ ਬਿਤਲ ਸਤਲ ਰਸਾਤਲ ਪਾਤਾਲ महातल तलातल इयों हे महाराज सत पताला रूपी खड़ावां आपने पहनिया हुईयां हन। चामर पूसका मंदर तेरा चमड़े दे गिलाफ दा बनिया होया। हे महाराज सच्चे पातशाह सारा संसार तेरा मंदिर तेरा घर है। बिद बने गोपाला हे गोपाला हे प्रभु तू इस तरीके दे नाल बने फबरिया है। छप्पन कोट का पीहन तेरा हे परमात्मा 56 करोड़ जिहड़े यादव ने उन्हां दा तेरा चोला अंग रख तनिया वाला चोला पहनिया हुआ है। सूदा है सहस इजारा अते हे महाराज 16,000 गोपियां तेरा पजामा रूप ਹਨ ਅਤੇ 108 ਜੋ ਕ੍ਰਿਸ਼ਨ ਰੂਪ ਦੇ ਵਿੱਚ ਵਿਆਹੀਆਂ ਹੋਈਆਂ ਸਨ ਉਹ ਸੁਤਨ ਵਿੱਚ ਨਾਨਾ ਰੂਪ ਹਨ। ਭਾਰ 18 ਹੈ ਮੁਦਗਰ ਤੇਰਾ हे परमात्मा हे वाहिगुरु 18 पार वनस्पति तेरा मुदगर मूला बड़ा सोटा है। सहनक सब संसारा अते सारा संसार सारा जगत तेरा सहनक कुनाली थाली रूप है। सो जिहड़ी मेरी देह ही मेरी काया यही तेरी मस्जिद है। मेरा मन ही इस विच पढ़ाने वाला मौलाना मौलवी रूप है जो प्रत्यक चेतन विच सहज निवाज गुजार। सो सहज ही जो गति जोड़नी है ये तेरी नमाज नूं गुजार रहा नमाज पढ़ रहा है या शांति रूप नमाज पढ़दा हाँ ये अपना समा गुजारदा बतीत करदा बीबी कौला सो कायन तेरा ये परमात्मा जो बीबी कौला लक्ष्मी है माया दे 100 साथ ये कायन तेरा। सो ਇਹਦੇ ਨਾਲ ਤੇਰਾ ਕਾਇਨ ਨਿਕਾਹ ਪੜਿਆ ਹੋਇਆ ਹੈ ਤਾਂ ਮਾਇਆ ਨਾਲ ਚੇਸ਼ਟਾ ਕਰਦਾ ਹੈ ਅਤੇ ਫਿਰ ਨਿਰੰਕਾਰ ਆਕਾਰ ਸਾਰੇ ਆਕਾਰਾਂ ਤੋਂ ਰਹਿਤ ਵੀ ਹੈ ਤੇ ਆਕਾਰਾਂ ਬੜਾ ਵਿਰਾਟ ਰੂਪ ਵੀ ਹੈ। ਭਗਤ ਕਰਤ ਮੇਰੇ ਤਾਲ ਛਿਨਾਏ परमात्मा तेरी भगती करते हुए दे हुण तू मेरे शैणी खो लए हन। गरीब नूं शैणे तां बजा लैण दे। किहि पह करो पुकारा हे वाहिगुरु फिर मैं दस किहदे कोल जाके पुकार करां फरियाद करां। जे तां कोई होर खो लैंदा फिर तां मैं तैनूं आंदा हुण खोए ही तूं ने। ਹੁਣ ਦੱਸ ਮੈਂ ਤੇਰੀ ਸ਼ਿਕਾਇਤ ਕਿਹਦੇ ਕੋਲ ਆਵਾਂ। ਜੇ ਸੱਗਾ ਜੋਰ ਨਾ ਚੱਲੇ ਇਹ ਖਲੇ ਖੀਚੇ ਅਰਦਾਸ ਮੈਂ ਤਾਂ ਹੁਣ ਤੇਰੇ ਚਰਨਾਂ 'ਚ ਹੀ ਅਰਦਾਸ ਕਰਦਾ। ਇਸ ਵਾਸਤੇ ਤੂੰ ਤਾਂ ਗਰੀਬ ਨੂੰ ਤੰਗ ਨਾ ਕਰ। ਨਾਮੇ ਕਾ ਸੁਆਮੀ ਅੰਤਰ ਜਾਮੀ ਭਗਤ ਨਾਮਦੇਵ ਜੀ ਕਥਨ ਕਰਦੇ ਨੇ ਕਿ हे
अंदर दी जानन वाले परमात्मा, तू कला मेरा ही स्वामी नहीं है, नामे का स्वामी। अर्थ तो यही बनना भी नामदेव का स्वामी, ते बाकियां दा स्वामी कौन है? तू सारियां दा ही स्वामी है। नामदेव जी सिर्फ कथन करते हैं कि हे वाहिगुरु तू सारे अंदर मालिक है। फिरे सगल बेदेसवा, ये परमात्मा सारे देशां प्रदेशां दे विच ही तू फेरियां विच रहियां, या देश काल वस्तु प्रशेद रहत